ਹਿੰਦੂ ਧਰਮ ਦੀ ਮਾਨਤਾ ਮੁਤਾਬਕ ਇੱਕ ਗਊ ਦੇ ਵਿੱਚ 33 ਕਰੋੜ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ। ਇਸ ਤੱਥ ਨੂੰ ਜਾਣਦੇ ਹੋਏ ਵੀ ਪਤਾ ਨਹੀਂ ਕਿਉਂ ਪਟਿਆਲਾ ਪ੍ਰਸ਼ਾਸਨ ਧਾਰਮਿਕ ਭਾਵਨਾਵਾਂ ਦੀ ਬੇਅਦਬੀ ਕਰਨ ਦੇ ਉਤਾਰੂ ਹੈ। ਗਊਸ਼ਾਲਾ ਬਣਾਓਗੇ, ਕੈਨ ਯੂ ਇਮੇਜਿਨ ਅ ਗਊਸ਼ਾਲਾ ਵਿਦਆਊਟ ਅ ਮੰਦਿਰ? ਤੇ ਤੁਸੀਂ ਆਪਣੇ ਦੇਵੀ ਦੇਵਤਿਆਂ ਨੂੰ ਐਸੀ ਜਗ੍ਹਾ ਤੇ ਐਸੀ ਜ਼ਮੀਨ ਤੇ ਰੱਖੋਗੇ, ਕਮਾਲ ਦੀ ਗੱਲ ਹੈ ਵੀ ਦੁਨੀਆ ਤੇ ਹੋਰ ਲੈਂਡ ਹੀ ਖਤਮ ਹੋ ਗਈ ਹੈ, ਤੁਹਾਡੇ ਕੋਲ ਕੋਈ ਪ੍ਰੋਪਰ ਲੈਂਡ ਨਹੀਂ ਹੈ। ਐਸੀ ਜ਼ਮੀਨ ਮਿਊਨਿਸਪਲ ਕਾਰਪੋਰੇਸ਼ਨ ਪਟਿਆਲੇ ਦੇ ਡੇਅਰੀ ਫਾਰਮਰਸ ਨੂੰ ਮਜਬੂਰ ਕਰ ਰਿਹਾ ਹੈ ਰਹਿਣ ਦੇ ਲਈ। ਉਸ ਟਾਈਪ ਦੀ ਲੈਂਡ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਨਾ ਵਰਜਿਤ ਹੈ। ਤਾਂ ਆ ਤੁਸੀਂ ਦੇਖ ਸਕਦੇ ਹੋ ਜ਼ਮੀਨ ਦੀ ਜਮਾਬੰਦੀ ਹੈ ਉਸ ਦੀ, ਜਿੱਥੇ ਡੈਰੀ ਜਿਹੜਾ ਪ੍ਰੋਜੈਕਟ ਅਬਲੋਵਾਲ ਪਿੰਡ ਦੇ ਵਿੱਚ ਡਿਵੈਲਪ ਹੋ ਰਿਹਾ ਹੈ, ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਇਹ ਡਿਟੇਲ ਲੈਂਡ ਯੂਜ਼ ਨੂੰ ਜਿੱਥੇ ਮੈਂਸ਼ਨ ਕੀਤਾ ਹੁੰਦਾ ਉੱਥੇ ਲਿਖਿਆ ਜਾ ਰਿਹਾ ਵੀ ਹੱਡਾ ਰੋੜੀ ਮੜੀਆਂ, ਉੱਥੇ ਕਬਰਾਂ ਵੀ ਨੇ, ਕਬਰਿਸਤਾਨ ਵੀ ਹੈ। ਦੇਖੋ ਕਿੰਨੀ ਬੇਅਦਬੀ ਵਾਲੀ ਗੱਲ ਹੁੰਦੀ ਹੈ ਜੇ ਤੁਸੀਂ ਕਿਸੇ ਦੀ ਨੀਂਹ ਪੱਥਰ ਘਰ ਦਾ ਨੀਹਾਂ ਪੱਟੀਆਂ ਜਾਣਗੀਆਂ, ਤਾਂ ਮੁਸਲਿਮ ਧਰਮ ਦੀ ਵੀ ਇਹ ਬੇਅਦਬੀ ਵਾਲੀ ਗੱਲ ਹੈ ਵੀ ਹਿੰਦੂ ਧਰਮ ਦੀ ਮਾਨਤਾ ਮੁਤਾਬਕ ਇੱਕ ਗਊ ਦੇ ਵਿੱਚ 33 ਕਰੋੜ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ। ਇਸ ਤੱਥ ਨੂੰ ਜਾਣਦੇ ਹੋਏ ਵੀ ਪਤਾ ਨਹੀਂ ਕਿਉਂ ਪਟਿਆਲਾ ਪ੍ਰਸ਼ਾਸਨ ਧਾਰਮਿਕ ਭਾਵਨਾਵਾਂ ਦੀ ਬੇਅਦਬੀ ਕਰਨ ਦੇ ਉਤਾਰੂ ਹੈ। ਤੁਸੀਂ ਦੇਖ ਰਹੇ ਹੋ ਦ ਖਬਰਸਾਰ ਤੇ ਮੈਂ ਹਾਂ ਤੁਹਾਡੇ ਨਾਲ ਠਾਕੁਰ ਅਮਨਦੀਪ ਸਿੰਘ। ਮਾਮਲਾ ਪਟਿਆਲੇ ਦਾ ਹੈ। ਮਾਮਲਾ ਕੀ ਹੈ ਇਹ ਜਾਣਾਂਗੇ। ਸਾਡੇ ਨਾਲ ਇਸ ਵੇਲੇ ਮੌਜੂਦ ਨੇ ਐਡਵੋਕੇਟ ਰਵਨੀਤ ਸਿੰਘ ਜੋਸ਼ੀ। ਭਾਜੀ ਬਹੁਤ ਸਵਾਗਤ ਹੈ ਤੇ ਖਬਰਸਾਰ ਤੇ। ਸ਼ੁਕਰੀਆ। ਅਮਨਦੀਪ ਜੀ ਦੇਖੋ, ਸਿਰਫ ਹਿੰਦੂ ਦੇਵੀ ਦੇਵਤਿਆਂ ਦੀ ਬੇਅਦਬੀ ਦੀ ਗੱਲ ਨਹੀਂ ਹੈ ਇੱਥੇ ਇਨਫੈਕਟ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਹੋਣਾ ਹੋਵੇ ਤਾਂ ਉਹ ਜੈਸੀ ਜ਼ਮੀਨ ਮਿਊਨਿਸਪਲ ਕਾਰਪੋਰੇਸ਼ਨ ਪਟਿਆਲੇ ਦੇ ਡੇਅਰੀ ਫਾਰਮਰਸ ਨੂੰ ਮਜਬੂਰ ਕਰ ਰਿਹਾ ਹੈ ਰਹਿਣ ਦੇ ਲਈ, ਉਸ ਟਾਈਪ ਦੀ ਲੈਂਡ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਵੀ ਕਰਨਾ ਵਰਜਿਤ ਹੈ। ਉਹਦਾ ਜੋ ਹੈ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਹੈ, ਜਿਹਦੇ ਵਿੱਚ ਉਹਨਾਂ ਨੇ ਕਿਹਾ ਵੀ ਐਸੀ ਜਗ੍ਹਾ ਦੇ ਉੱਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਹੋ ਸਕਦਾ। ਭਾਜੀ ਇਹ ਪੂਰਾ ਮਾਮਲਾ ਕੀ ਹੈ? ਸਾਡੇ ਦਰਸ਼ਕਾਂ ਨੂੰ ਇੱਕ ਵਾਰ ਉਹ ਜ਼ਰੂਰ ਦੱਸੋ। ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਤੁਸੀਂ ਦਿਖਾ ਰਹੇ ਹੋ, ਪਰ ਇਹ ਮਾਮਲਾ ਪੂਰਾ ਕੀ ਹੈ? ਇਹ ਦੇਖੋ ਜੀ, 2003 ਦੇ ਵਿੱਚ ਪਹਿਲਾ ਡਿਸਪਿਊਟ ਅਰੋਜ਼ ਹੋਇਆ ਵੀ ਕਿਸੇ ਨੇ ਕੰਪਲੇਂਟ ਕੀਤੀ ਇੱਕ ਪਾਰਟਿਕੂਲਰ ਡੈਰੀ ਓਨਰ ਨੂੰ ਪਟਿਆਲੇ ਦੇ ਵਿੱਚੋਂ ਬਾਹਰ ਸ਼ਿਫਟ ਕਰਨ ਦੇ ਮਿਊਨਿਸਪਲ ਕਾਰਪੋਰੇਸ਼ਨ ਨੇ ਆਰਡਰਸ ਪਾਸ ਕਰਤੇ। ਜਦੋਂ ਮਾਮਲਾ ਹੋਰ ਅੱਗੇ ਵਧਿਆ ਤੇ ਹਿਊਮਨ ਰਾਈਟ ਕਮਿਸ਼ਨ ਕੋਲੇ ਗਿਆ ਤਾਂ ਉੱਥੇ ਅਹਿਮ ਰੂਪ 'ਚ ਇਹ ਡਿਸਾਈਡ ਕੀਤਾ ਗਿਆ ਵੀ ਕਿੱਲੇ ਇੱਕ ਡੈਰੀ ਫਾਰਮਰ ਨੂੰ ਪਟਿਆਲੇ ਦੇ ਵਿੱਚੋਂ ਸ਼ਿਫਟ ਨਹੀਂ ਕੀਤਾ ਜਾਂਦਾ, ਪ੍ਰੋਪਰ ਸਰਵੇ ਕੰਡਕਟ ਕੀਤਾ ਜਾਵੇ। ਟੋਟਲ ਕਿੰਨੇ ਡੈਰੀ ਫਾਰਮਰਸ ਨੇ ਉਹਨਾਂ ਨੂੰ ਇੱਕੋ ਟਾਈਮ ਤੇ ਇੱਕ ਸਾਥ ਜੋ ਹੈ ਕਿਸੇ ਪ੍ਰੋਪਰ ਸਾਈਟ ਤੇ ਪ੍ਰੋਪਰ ਫੈਸਿਲਿਟੀਜ਼ ਦੇ ਕੇ ਉਹਨਾਂ ਨੂੰ ਰੀਲੋਕੇਟ ਕੀਤਾ ਜਾਵੇ, ਪ੍ਰੋਪਰ ਉਹਨਾਂ ਨੂੰ ਉੱਥੇ ਸਹੂਲਤਾਂ ਦਿੱਤੀਆਂ ਜਾਣ, ਜਿਹੜੇ ਉਹਨਾਂ ਨੂੰ ਪਲਾਟ ਕੱਟ ਕੇ ਦਿੱਤੇ ਜਾਣ ਉਹ ਕਲੈਕਟਰ ਰੇਟ ਤੇ ਦਿੱਤੇ ਜਾਣ। ਹੁਣ 6 ਮਹੀਨੇ ਰਹਿ ਗਏ ਇਲੈਕਸ਼ਨਾਂ ਨੂੰ, 5 ਮਹੀਨੇ ਰਹਿ ਗਏ ਨੇ ਤੇ 2 ਮਹੀਨਿਆਂ ਬਾਅਦ ਚੋਣ ਜ਼ਾਬਤਾ ਲੱਗਣ ਵਾਲਾ। ਹੁਣ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਜੋ ਹੈ ਜਾਗਦੀ ਹੈ, ਇੱਕਦਮ ਇਹਨਾਂ ਨੂੰ ਨੋਟਿਸਿਸ ਕੱਢਣੇ ਸ਼ੁਰੂ ਕਰ ਦਿੰਦੀ ਹੈ, ਪ੍ਰੈਸ਼ਰ ਪਾਉਣਾ ਸ਼ੁਰੂ ਕਰ ਦਿੰਦੀ ਹੈ ਤੇ ਕਹਿੰਦੀ ਹੈ ਵੀ ਤੁਸੀਂ 5% ਅਮਾਊਂਟ ਡਿਪੋਜ਼ਿਟ ਕਰਾਓ। ਉਹ 5% ਡਿਪੋਜ਼ਿਟ ਕਰਾਉਣ ਦੀ ਜਦੋਂ ਗੱਲ ਕਰਦੀ ਹੈ ਤਾਂ ਲੋਕ ਕਹਿੰਦੇ ਵੀ ਕਿਤੇ ਸਾਨੂੰ ਜੋ ਤੁਸੀਂ ਵਾਅਦਾ ਕੀਤਾ ਸੀ ਉਹ ਡਿਵੈਲਪਮੈਂਟ ਕਿੱਥੇ ਹੈ? ਤੇ ਉਹ ਕਹਿੰਦੇ ਤੁਸੀਂ ਸਾਈਡ ਤੇ ਜਾ ਕੇ ਦੇਖੋ। ਸਾਈਡ ਤੇ ਸਿੰਪਲ ਫੈਂਸਿੰਗ ਕਰਕੇ ਇੱਕ ਬਾਉਂਡਰੀ ਵਾਲ ਕਰ ਰੱਖੀ ਹੈ, ਨਾ ਕੋਈ ਫੋਡਰ ਸਟੇਸ਼ਨ, ਨਾ ਮਿਲਕ ਕਲੈਕਸ਼ਨ ਸੈਂਟਰ, ਨਾ ਕੋਈ ਵੈਟਰਨਰੀ ਹਸਪੀਟਲ, ਕੋਈ ਇੱਕ ਸਟਰਕਚਰਲ ਬਿਲਡਿੰਗ ਇੱਕ ਵੀ ਉੱਥੇ ਮੌਜੂਦ ਨਹੀਂ ਹੈ। ਫਿਰ ਉੱਥੇ ਜਿਹੜੀਆਂ ਹਾਈ ਟੈਂਸ਼ਨ ਇਲੈਕਟ੍ਰਿਕ ਕੇਬਲਸ ਨੇ ਉਹ ਕੋਈ ਲੈਫਟ ਤੋਂ ਰਾਈਟ ਜਾ ਰਹੀ ਹੈ, ਕ੍ਰਿਸ ਕ੍ਰੋਸ ਜਿਹੜੀਆਂ ਉਹ ਹਾਈ ਟੈਂਸ਼ਨ ਕੇਬਲਸ ਉਸ ਲੈਂਡ ਦੇ ਉੱਤੇ ਬਹੁਤ ਚੱਲ ਰਹੀਆਂ ਨੇ। ਪਲੱਸ ਉੱਥੇ ਲੋਕਾਂ ਨੂੰ ਇਹ ਪਤਾ ਲੱਗਦਾ ਵੀ ਉੱਥੇ ਜਿਹੜਾ ਨਜ਼ਦੀਕ ਹੀ ਹੈ ਜੋ ਭਾਖੜਾ ਕਨਾਲ ਬਿਲਕੁਲ ਐਡਜੋਇਨਿੰਗ ਹੈ, ਜਿਹਦਾ ਜਿਹੜਾ ਬਹਾਓ ਵੀ ਬਹੁਤ ਜ਼ਿਆਦਾ ਹੁੰਦਾ ਉਸ ਟਾਈਮ ਤੇ ਆਮ ਤੌਰ ਤੇ ਉੱਥੇ ਫਲੱਡਸ ਆ ਜਾਂਦੇ ਨੇ, ਕਿਉਂਕਿ ਜਦੋਂ ਡੈਮ ਦੇ ਵਿੱਚ ਪਾਣੀ ਦਾ ਬਹਾਓ ਲੈਵਲ ਉੱਪਰ ਹੋ ਜਾਏ ਤਾਂ ਉਹ ਪਾਣੀ ਜਦੋਂ ਰਿਲੀਜ਼ ਕਰਦੇ ਨੇ ਤਾਂ ਆਮ ਤੌਰ ਤੇ ਉਹ ਭਾਖੜਾ ਕਨਾਲ ਤੋਂ ਫਲੱਡਸ ਉਸ ਲੈਂਡ ਤੇ ਆਉਂਦੇ ਆ, ਕਿਉਂਕਿ ਲੈਂਡ ਦਾ ਸਤਰ ਜਿਹੜਾ ਲੈਵਲ ਹੈ ਉਹ ਨੀਵਾਂ ਹੈ ਉਹ ਭਾਖੜਾ ਕਨਾਲ ਨਾਲੋਂ। ਪਲੱਸ ਉਸ ਜਗ੍ਹਾ ਨੂੰ ਪਹੁੰਚਣ ਲਈ ਜਿਹੜਾ ਰਾਈਟ ਟੂ ਪੈਸੇਜ ਵੇ ਹੈ ਉਹ ਜੰਗਲਾਂ ਦੇ ਵਿੱਚੋਂ ਹੈ। ਕਿਵੇਂ ਸੋਚ ਸਕਦੇ ਵੀ ਡਾਇਰੀ ਓਨਰ ਵੀ ਜਦੋਂ ਉੱਥੇ ਰਹਿਣਗੇ ਆਪਦੇ ਕੈਟਲ ਨੂੰ ਵੀ ਉੱਥੇ ਹੀ ਰੱਖਣਗੇ, ਡੰਗਰ ਪਸ਼ੂਆਂ ਨੂੰ ਵੀ ਉੱਥੇ ਰੱਖਣਗੇ, ਉਹਨਾਂ ਦੇ ਬੱਚੇ ਵੀ ਉੱਥੇ ਰਹਿਣਗੇ, ਬੱਚਿਆਂ ਨੇ ਸਕੂਲ ਆਉਣਾ ਜਾਣਾ, ਤਾਂ ਉਹ ਜੰਗਲ ਵਾਲਾ ਰਾਹ ਹੈ, ਬਿਲਕੁਲ ਰੋਡ ਕੋਈ ਕੰਸਟਰਕਟਡ ਨਹੀਂ ਹੈ ਉਸ ਜਗ੍ਹਾ। ਭਾਈ ਤੁਸੀਂ ਕਿਹਾ ਵੀ ਹਾਈ ਟੈਂਸ਼ਨ ਪਾਵਰ ਕੇਬਲ ਜਿਹੜੀਆਂ ਨੇ ਉੱਪਰੋਂ ਜਾਂਦੀਆਂ ਨੇ 11,000 ਵਾਟ ਦੀਆਂ ਅਲੱਗ-ਅਲੱਗ, ਨਾਲੇ ਇੱਕ ਲਾਈਨ ਨਹੀਂ ਜਾ ਰਹੀ, 3 ਲਾਈਨਾਂ ਮੇਰੇ ਖਿਆਲ ਜਾਂਦੀਆਂ ਨੇ।
ਭਾਖੜਾ ਨੇੜੇ ਹੈ, ਰਸਤਾ ਉੱਥੇ ਠੀਕ ਨਹੀਂ, ਸਟਰਕਚਰ ਕੋਈ ਉੱਥੇ ਬਣਾਇਆ ਨਹੀਂ ਗਿਆ ਹੋਇਆ, ਇਹ ਤੱਤ ਦਾ ਹੋ ਕੇ। ਪਰ ਜਿਹੜੀ ਤੁਸੀਂ ਗੱਲ ਕੀਤੀ ਹੈ, ਅਸੀਂ ਵੀ ਸ਼ੁਰੂਆਤ ਕੀਤੀ ਹੈ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਹੋ ਰਹੀ ਹੈ, ਉਹ ਕਿਵੇਂ? ਉਹ ਦੇਖੋ, ਜਦੋਂ ਇਹ ਮਾਮਲਾ ਕੋਰਟ ਦੇ ਵਿੱਚ ਪਹੁੰਚ ਗਿਆ ਤਾਂ ਉਸ ਟਾਈਮ ਤੇ ਹੁਣ ਜੋ ਐਨੋਮਲੀਜ਼ ਸੀ ਹੌਲੀ ਹੌਲੀ ਲੋਕਾਂ ਦੀ ਸਰਚ ਦੇ ਨਾਲ ਉਹ ਸਾਹਮਣੇ ਆ ਰਹੀਆਂ ਸੀਗੀਆਂ। ਤਾਂ ਇਸ ਜਗ੍ਹਾ ਦੀ ਪ੍ਰਾਪਰਟੀ ਦੀ ਓਨਰਸ਼ਿਪ ਨੂੰ ਚੈੱਕ ਕਰਦੇ ਕਰਦੇ ਵੀ ਐਕਚੁਅਲੀ ਮਿਊਨਿਸਪਲ ਕਾਰਪੋਰੇਸ਼ਨ ਇਸ ਲੈਂਡ ਨੂੰ ਓਨ ਵੀ ਕਰਦੀ ਹੈ, ਜਿਹਦੇ ਪਲਾਟ ਕੱਟ ਕੇ ਲੋਕਾਂ ਨੂੰ ਵੇਚ ਰਹੀ ਹੈ। ਇਹਨੂੰ ਚੈੱਕ ਕਰਨ ਲਈ ਅਸੀਂ ਰਿਕੁਐਸਟ ਕੀਤਾ ਵੀ ਇਹਦੀ ਜਮ੍ਹਾਂਬੰਦੀ ਵੀ ਕਢਾ ਲਈ ਜਾਵੇ। ਜਦੋਂ ਜਮ੍ਹਾਂਬੰਦੀ ਕਢਾਈ ਗਈ ਤਾਂ ਉਹ ਸਾਹਮਣੇ ਆਇਆ, ਕਿਉਂਕਿ ਪਹਿਲਾਂ ਤਾਂ ਅੱਜ ਤੋਂ ਪਹਿਲਾਂ ਤਾਂ ਇਹ ਲੈਂਡ ਹੀ ਆਇਡੈਂਟੀਫਾਈਏਬਲ ਨਹੀਂ ਸੀ ਵੀ ਕਿੱਥੇ ਪ੍ਰੋਜੈਕਟ ਬਣਾਉਣਗੇ। ਜਦੋਂ ਕੋਈ ਕੰਸਟਰਕਸ਼ਨ ਨਹੀਂ, ਕੋਈ ਬਾਉਂਡਰੀ ਵਾਲ ਨਹੀਂ, ਤਾਂ ਪਤਾ ਕਿੱਥੋਂ ਲੱਗੇ ਵੀ ਕਿਹੜੀ ਜ਼ਮੀਨ ਤੇ ਪ੍ਰੋਜੈਕਟ ਬਣਾਉਣਾ। ਹੁਣ ਜਦੋਂ ਬਾਉਂਡਰੀ ਵਾਲ ਕਰਤੀ ਇਹਨਾਂ ਨੇ 6 ਮਹੀਨੇ ਪਹਿਲਾਂ, ਤਾਂ ਉਹਨਾਂ ਨੂੰ ਕਿਹਾ ਗਿਆ ਵੀ ਇਸ ਜ਼ਮੀਨ ਦੀ ਜਮ੍ਹਾਂਬੰਦੀ ਕਢਾਈ ਜਾਵੇ। ਜਦੋਂ ਉਹ ਜ਼ਮੀਨ ਦੀ ਜਮ੍ਹਾਂਬੰਦੀ ਕਢਾਈ ਗਈ ਤਾਂ ਆਹ ਤੁਸੀਂ ਦੇਖ ਸਕਦੇ ਹੋ ਜ਼ਮੀਨ ਦੀ ਜਮ੍ਹਾਂਬੰਦੀ ਹੈ ਉਸ ਦੀ, ਜਿੱਥੇ ਡੈਰੀ ਜਿਹੜਾ ਪ੍ਰੋਜੈਕਟ ਅਬਲੋਵਾਲ ਪਿੰਡ ਦੇ ਵਿੱਚ ਡਿਵੈਲਪ ਹੋ ਰਿਹਾ, ਜਿੱਥੇ ਤੁਸੀਂ ਦੇਖ ਸਕਦੇ ਹੋ ਵੀ ਇਹ ਡਿਟੇਲ ਲੈਂਡ ਯੂਜ਼ ਨੂੰ ਜਿੱਥੇ ਮੈਂਸ਼ਨ ਕੀਤਾ ਹੁੰਦਾ ਉੱਥੇ ਲਿਖਿਆ ਜਾ ਰਿਹਾ ਵੀ ਹੱਡਾ ਰੋੜੀ ਮੜੀਆਂ। ਉੱਥੇ ਕਬਰਾਂ ਵੀ ਨੇ, ਕਬਰਿਸਤਾਨ ਵੀ ਹੈ। ਦੇਖੋ ਕਿੰਨੀ ਬੇਅਦਬੀ ਵਾਲੀ ਗੱਲ ਹੁੰਦੀ ਹੈ ਜੇ ਤੁਸੀਂ ਕਿਸੇ ਦੀ ਨੀਂਹ ਪੱਥਰ ਘਰ ਦਾ ਨੀਹਾਂ ਪੱਟੀਆਂ ਜਾਣਗੀਆਂ। ਤਾਂ ਮੁਸਲਿਮ ਧਰਮ ਦੀ ਵੀ ਇਹ ਬੇਅਦਬੀ ਵਾਲੀ ਗੱਲ ਹੈ ਵੀ ਜਿਨ੍ਹਾਂ ਦੀਆਂ ਕਬਰਾਂ ਨੇ ਉੱਥੇ ਕਬਰਾਂ ਪੱਟ ਕੇ ਫਿਰ ਤੁਸੀਂ ਨੀਹਾਂ ਭਰੋਗੇ ਉੱਥੇ ਉਹਨਾਂ ਦੀਆਂ ਜਗ੍ਹਾਵਾਂ 'ਤੇ ਜਿੱਥੇ ਇਹ ਹੈ ਚੀਜ਼। ਜਾਂ ਤੁਸੀਂ ਕੁਛ ਵੀ ਬਣਾ ਰਹੇ ਹੋ, ਉੱਥੇ ਤੁਸੀਂ ਗਊਸ਼ਾਲਾ ਬਣਾ ਰਹੇ ਹੋ ਅਤੇ ਗਊਸ਼ਾਲਾ ਬਣਾਓਗੇ। ਕੈਨ ਯੂ ਇਮੈਜਿਨ ਅ ਗਊਸ਼ਾਲਾ ਵਿਦਆਊਟ ਅ ਮੰਦਿਰ? ਅਤੇ ਤੁਸੀਂ ਆਪਣੇ ਦੇਵੀ ਦੇਵਤਿਆਂ ਨੂੰ ਐਸੀ ਜਗ੍ਹਾ 'ਤੇ ਐਸੀ ਜ਼ਮੀਨ 'ਤੇ ਰੱਖੋਗੇ। ਕਮਾਲ ਦੀ ਗੱਲ ਹੈ ਵੀ ਦੁਨੀਆ 'ਤੇ ਹੋਰ ਲੈਂਡ ਹੀ ਖਤਮ ਹੋ ਗਈ ਹੈ, ਤੁਹਾਡੇ ਕੋਲ ਕੋਈ ਪ੍ਰੋਪਰ ਲੈਂਡ ਨਹੀਂ ਹੈ, ਐਸੀ ਜ਼ਮੀਨ 'ਤੇ ਰਹੋਗੇ। ਫਿਰ ਲੋਕ ਵੀ ਜਿਹੜੇ ਪਰਿਵਾਰ ਨੇ ਦੇਖਿਆ ਜੋ ਐਸੀ ਜਗ੍ਹਾ 'ਤੇ ਕਬਜ਼ਾ ਕਰਕੇ ਜਾਂ ਘਰ ਬਣਾ ਲੈਂਦੇ ਕਦੇ, ਉਹ ਬੰਦਿਆਂ ਦੀ ਕਦੇ ਤਰੱਕੀ ਨਹੀਂ ਹੁੰਦੀ। ਆਪਣੇ ਧਰਮ ਦੇ ਵਿੱਚ ਇਹ ਗੱਲ ਹੈ ਬਿਲਕੁਲ। ਅਤੇ ਸਿੱਖ ਧਰਮ ਦਾ ਤਾਂ ਮੈਂ ਤੁਹਾਨੂੰ ਦਿਖਾਇਆ ਵੀ ਸ਼੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੀ ਹੈ ਵੀ ਜਿੱਥੇ ਪ੍ਰੋਹਿਬਿਟ ਕੀਤਾ ਹੋਇਆ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼। ਹੁਣ ਜਿਹੜੇ ਲੋਕ ਜਾਣਗੇ, ਜਿਹੜੇ ਸਿੱਖ ਧਰਮ 'ਚ ਮਾਨਤਾ ਰੱਖਦੇ ਆ, ਜਦੋਂ ਨਵਾਂ ਘਰ ਪਾਉਣਾ, ਕਿਸੇ ਨੇ ਕੋਈ ਨਵਾਂ ਕਾਰੋਬਾਰ ਸ਼ੁਰੂ ਕਰਨਾ, ਕੀ ਉਹ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਨਹੀਂ ਕਰਾਊਗਾ? ਤੇ ਕੀ ਉਹ ਕਰਾ ਪਾਊਗਾ ਇਸ ਜ਼ਮੀਨ ਦੇ ਉੱਤੇ? ਮੋਰਓਵਰ ਜਿਵੇਂ ਅਸੀਂ ਸ਼ੁਰੂਆਤ ਕੀਤੀ ਹੈ ਵੀ ਹਿੰਦੂ ਧਰਮ ਦੇ ਅਨੁਸਾਰ ਇੱਕ ਗਊ ਦੇ ਵਿੱਚ 33 ਕਰੋੜ ਦੇਵੀ ਦੇਵਤੇ ਹੁੰਦੇ ਨੇ। ਹੱਡਾ ਰੋੜੀ ਦੀ ਜ਼ਮੀਨ 'ਤੇ ਜਾਂ ਜਿੱਥੇ ਕਬਰਿਸਤਾਨ ਹੈ, ਜਿੱਥੇ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ, ਸ਼ਮਸ਼ਾਨ ਘਾਟ ਹੈ, ਉੱਥੇ ਹੀ ਇਹ ਲੈਂਡ ਕਿਉਂ ਚੁਣਿਆ ਗਿਆ? ਦੇਖੋ, ਰਿਲੀਜੀਅਸ ਐਸਪੈਕਟ ਇਜ਼ ਮੇਜਰ ਕੰਸਰਨ, ਜਿਹਦੇ ਕਰਕੇ ਲੋਕ ਕਹਿ ਰਹੇ ਨੇ ਵੀ ਅਸੀਂ ਇੱਥੇ ਰਹਿ ਨਹੀਂ ਸਕਦੇ, ਅਸੀਂ ਨਹੀਂ ਇੱਥੇ ਰਹਾਂਗੇ ਅਤੇ ਸਾਨੂੰ ਆਲਟਰਨੇਟ ਸਾਈਟ ਦਿੱਤੀ ਜਾਵੇ। ਅਪਾਰਟ ਫਰੋਮ ਦਿਸ ਦੇਰ ਇਜ਼ ਅਨਦਰ ਅਪਰੋਚ। ਸੁਪਰੀਮ ਕੋਰਟ ਨੇ ਅਪ੍ਰੈਲ 2021 ਦੇ ਵਿੱਚ ਹੀ ਆਰਡਰ ਪਾਸ ਕੀਤੇ ਸੀ, ਜਦੋਂ ਬਰਡਸ ਅਤੇ ਹਾਈ ਟੈਂਸ਼ਨ ਕੇਬਲਸ ਦੀ ਜਿਹੜੀ ਪ੍ਰੋਬਲਮ ਆ ਰਹੀ ਸੀ। ਉਦੋਂ ਸੁਪਰੀਮ ਕੋਰਟ ਨੇ ਸਾਫ਼-ਸਾਫ਼ ਕਿਹਾ ਵੀ ਜਿਹੜੀ ਅਪਰੋਚ ਹੈ ਇਹ ਹਿਊਮਨ ਸੈਂਟਰਿਕ ਅਪਰੋਚ ਨਹੀਂ ਹੋ ਸਕਦੀ, ਇਕੋ ਸੈਂਟਰਿਕ ਅਪਰੋਚ ਹੋਣੀ ਚਾਹੀਦੀ ਹੈ। ਤੁਹਾਨੂੰ ਤੁਹਾਡੇ ਜਿਹੜਾ ਨਾਲ ਦਾ ਜਲ ਜੀਵਨ ਹੈ, ਪਸ਼ੂ ਪ੍ਰਾਣੀ ਨੇ, ਇਹਨਾਂ ਦਾ ਵੀ ਨਾਲ ਖਿਆਲ ਰੱਖਣਾ ਚਾਹੀਦਾ। ਡਿਵੈਲਪਮੈਂਟ ਦੇ ਨਾਮ 'ਤੇ ਉਹਨਾਂ ਨੂੰ ਜੋ ਹੈ ਤੁਸੀਂ ਤੰਗ ਨਹੀਂ ਕਰ ਸਕਦੇ। ਉੱਥੇ ਇੱਥੇ ਕੈਟਲ ਹੈ, ਐਨੀਮਲਸ ਨੇ, ਉਹਨਾਂ ਸਾਰਿਆਂ ਨੇ ਜੋ ਉੱਥੇ ਰਹਿਣਾ ਹੈ ਤਾਂ ਉਹਨਾਂ ਲਈ ਕਿੰਨਾ ਰਿਸਕ ਆਫ ਲਾਈਫ ਹੈ, ਕਿਉਂਕਿ ਫਲੱਡਸ ਦਾ ਡਰ ਹੈ, ਹਾਈ ਟੈਂਸ਼ਨ ਕੇਬਲਸ ਨੇ। ਨਾਲੇ ਹਾਈ ਟੈਂਸ਼ਨ ਕੇਬਲਸ 'ਤੇ ਭਾਜੀ ਜੇ ਅਸੀਂ ਵੈਸੇ ਕੋਈ ਸੁਸਾਇਟੀ ਬਣਾਉਣੀ ਹੋਵੇ, ਕਲੋਨੀ ਕੱਟਣੀ ਹੋਵੇ, ਉੱਥੇ ਵੀ ਵਰਜਿਤ ਹੈ ਮੇਰੇ ਖਿਆਲ 'ਚ, ਉੱਥੇ ਵੀ ਤੁਸੀਂ ਰੈਜ਼ੀਡੈਂਸ਼ੀਅਲ ਏਰੀਆ ਨਹੀਂ ਬਣਾ ਸਕਦੇ। ਦੇਖੋ, ਐਨੀਮਲ ਹਸਬੈਂਡਰੀ ਡਿਪਾਰਟਮੈਂਟ ਦੀਆਂ ਗਾਈਡਲਾਈਨਸ ਦੀ ਵਾਇਓਲੇਸ਼ਨ ਕਰ ਰਿਹਾ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ, ਮਿਊਨਿਸਪਲ ਐਕਟ ਦੀ ਵਾਇਓਲੇਸ਼ਨ ਕਰ ਰਿਹਾ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ। ਇਹ ਤੋਂ ਇਲਾਵਾ PSPCL ਦੀਆਂ ਗਾਈਡਲਾਈਨਸ ਜਾਂ ਇਲੈਕਟ੍ਰਿਸਿਟੀ ਐਕਟ ਹੈ ਉਹਦੀ ਵੀ ਵਾਇਓਲੇਸ਼ਨ ਕਰ ਰਿਹਾ ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ। ਇਹ ਤੋਂ ਅਹਿਮ ਹੋਰ ਵੀ ਇਹ ਗੱਲ ਹੈ ਵੀ ਇਸ ਲੈਂਡ ਨੂੰ ਜਦੋਂ 2003 ਦਾ ਡਿਸਪਿਊਟ ਹੋਇਆ, ਜਦੋਂ ਇਹਨਾਂ ਨੇ ਕਿਹਾ ਵੀ ਅਸੀਂ ਰੀਲੋਕੇਟ ਕਰਕੇ ਫੈਸਿਲਿਟੀਜ਼ ਦੇਵਾਂਗੇ, ਤਾਂ ਕਿਉਂਕਿ ਇਹਦੇ ਵਿੱਚ ਹੁਣ ਡਾਇਰੀ ਓਨਰਸ ਦੀ ਗਲਤੀ ਨਹੀਂ ਹੈ ਪਟਿਆਲਾ ਸ਼ਹਿਰ ਦੇ ਆਂਦੀ ਵੀ ਉਹ ਸ਼ਹਿਰ ਦੇ ਵਿੱਚ ਬਸੇ ਹੋਏ ਨੇ, ਉਹ ਤਾਂ ਸ਼ਹਿਰ ਦੀ ਆਊਟਸਕਰਟਸ 'ਚ ਆ ਕੇ ਰਹਿਣਾ ਸ਼ੁਰੂ ਕੀਤੇ ਸੀ। ਵਿਦ ਦਾ ਪੈਸੇਜ ਆਫ ਟਾਈਮ ਜੇ ਸ਼ਹਿਰ ਗਰੋ ਕਰ ਗਿਆ ਤਾਂ ਇਹ 'ਚ ਡਾਇਰੀ ਓਨਰਸ ਦੀ ਗਲਤੀ ਨਹੀਂ ਹੈ। ਹੁਣ ਜੇ ਉਹਨਾਂ ਨੂੰ ਉਹ ਸ਼ਹਿਰ ਦੀ ਸਮੱਸਿਆ ਨੂੰ ਹੱਲ ਕਰਨ ਲਈ ਤੁਸੀਂ ਬਾਹਰ ਵੀ ਕੱਢ ਰਹੀ ਹੈ ਸਰਕਾਰ, ਤਾਂ ਇਹ ਸਰਕਾਰ ਦੀ ਨੈਤਿਕ ਜ਼ਿੰਮੇਵਾਰੀ ਹੈ ਵੀ ਇਹਨਾਂ ਨੂੰ ਪ੍ਰੋਪਰ ਸਹੂਲਤਾਂ ਅਤੇ ਜਿਹੜੀ ਰੀਲੋਕੇਸ਼ਨ ਦੇ ਕਰਕੇ ਉਹਨਾਂ ਨੂੰ ਨੁਕਸਾਨ ਹੋਏਗਾ ਉਸ ਨੁਕਸਾਨ ਨੂੰ ਕਿਤੇ ਨਾ ਕਿਤੇ ਕੰਪਨਸੇਟ ਕਰਨ ਦੀ ਕੋਸ਼ਿਸ਼ ਕਰੇ। ਇਹਨਾਂ ਨੂੰ ਸਬਸਿਡੀ ਜਾਂ ਹੋਰ ਫਾਈਨੈਂਸ਼ੀਅਲ ਅਸਿਸਟੈਂਸ ਤਾਂ ਸਰਕਾਰ ਨੇ ਕੀ ਦੇਣੀ ਸੀ, ਇਹਨਾਂ ਨੂੰ ਐਕਸਟ੍ਰੋਨੀਅਸ ਅਮਾਊਂਟ ਜਿਹੜੀ ਹੈ ਇਹਨਾਂ ਤੋਂ ਉਹਨਾਂ ਪਲਾਟਾਂ ਦੀ ਕਲੈਕਟ ਕਰ ਰਹੇ ਨੇ। ਹੱਡਾ ਰੋੜੀ ਵਾਲੇ ਪਲਾਟ ਦੀ
ਹੱਡਾ ਰੋੜੀ ਕਰਕੇ ਤਾਂ ਹੋਰ ਵੀ ਕਲੈਕਟਰ ਰੇਟ ਤੋਂ ਵੀ ਜਾਏ। ਹੁਣ ਕਲੈਕਟਰ ਰੇਟ ਉਸ ਲੈਂਡ ਦਾ ਜਿਹੜਾ ਹੈ 700 ਰੁਪਇਆ ਪ੍ਰਤੀ ਗਜ ਹੈ। ਇਹਨਾਂ ਕੋਲੋਂ ਵੀ 700 ਹੀ ਲਿਆ ਹੋਣਾ ਫਿਰ। ਇਹਨਾਂ ਤੋਂ 35-3600 ਰੁਪਇਆ ਪ੍ਰਤੀ ਗਜ ਸਰਕਾਰ ਕਲੇਮ ਕਰ ਰਹੀ ਹੈ। ਨਾ ਤਾਂ ਉਹਦੇ ਵਿੱਚ ਪ੍ਰੋਪਰ ਡਿਵੈਲਪਮੈਂਟ ਹੈ, ਤੇ ਤੁਸੀਂ ਡਿਵੈਲਪਮੈਂਟ ਵੀ ਕਰਦੇ ਹੋ ਤਾਂ ਤੁਹਾਨੂੰ ਪ੍ਰੋਪਰਲੀ ਐਕਸਪਲੇਨ ਕਰਨਾ ਪੈਂਦਾ ਵੀ ਕਿੰਨੀ ਕੁ ਕਾਸਟਿੰਗ ਤੁਹਾਡੀ ਡਿਵੈਲਪਮੈਂਟ ਤੇ ਆ ਰਹੀ ਹੈ, ਕਿਸ ਪ੍ਰਕਾਰ ਦਾ ਮਟੀਰੀਅਲ ਤੁਸੀਂ ਯੂਜ਼ ਕਰ ਰਹੇ ਹੋ, ਜਿਹਦੇ ਕਰਕੇ ਇੰਨਾ ਰੇਟ ਤੁਸੀਂ ਮੰਗ ਰਹੇ ਹੋ। ਫੈਸਿਲਿਟੀਜ਼ ਤੁਸੀਂ ਉੱਥੇ ਕੋਈ ਦੇ ਨਹੀਂ ਪਾ ਰਹੇ ਹੋ। ਤਸਵੀਰਾਂ ਅਸੀਂ ਦੇਖੀਆਂ, ਬਿਲਕੁਲ ਪੱਧਰਾ ਹੈ ਉਹ ਸਾਰਾ, ਬਿਲਕੁਲ ਪੱਧਰਾ ਹੈ, ਪਲੇਨ ਹੈ, ਕੁਝ ਵੀ ਬਣਿਆ ਨਹੀਂ ਹੋਇਆ। ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਾਈ ਟੈਂਸ਼ਨ ਇਲੈਕਟ੍ਰਿਕ ਕੇਬਲਸ ਵੀ ਦਿਖ ਰਹੀਆਂ ਨੇ। ਆ ਖਾਲੀ ਪਲਾਟ ਜਮਾ ਸਿੰਪਲ ਲੈਂਡ ਪਈ ਹੈ, ਕੋਈ ਇੱਥੇ ਫਾਡਰ ਸਟੇਸ਼ਨ ਨਹੀਂ, ਕੁਛ ਨਹੀਂ। ਇਨਫੈਕਟ ਇਹਨਾਂ ਨੇ ਜਿਹੜੀ ਕੰਧ ਵੀ ਬਣਾਈ ਸੀ ਨਾ ਬਾਉਂਡਰੀ ਵਾਲ ਕਰਨ ਵਾਲੀ, ਉਹ ਵੀ ਢਹਿ ਕੇ ਪਿਛਲੀ ਬਾਰਿਸ਼ਾਂ ਤੇ ਉਹ ਵੀ ਢਹਿ ਕੇ ਡਿੱਗ ਵੀ। ਇਹੋ ਜਿਹੀ ਕੁਆਲਿਟੀ ਆਫ ਮਟੀਰੀਅਲ ਇਹ ਯੂਜ਼ ਕਰ ਰਹੇ ਨੇ। ਨਾਲੇ 700 ਰੁਪਏ ਜੇ ਕਲੈਕਟਰ ਰੇਟ ਹੈਗਾ ਹੈ ਨਾਰਮਲ ਜ਼ਮੀਨ ਦਾ, ਇਹ ਤਾਂ ਫਿਰ ਵੀ ਹੱਡਾ ਰੋੜੀ ਵਾਲੀ ਹੈ। ਫਿਰ ਇਹਨਾਂ ਨੂੰ ਤਾਂ ਘੱਟ ਲੈਣਾ ਚਾਹੀਦਾ ਸੀ, ਇਹ ਉਲਟਾ 5 ਗੁਣਾ ਜ਼ਿਆਦਾ ਲੈ ਰਹੇ ਨੇ, 3500 ਰੁਪਏ। ਇਹੀ ਤਾਂ ਖਦਸ਼ੇ ਨੇ ਜਿਨ੍ਹਾਂ ਦੇ ਲਈ ਇਹਨਾਂ ਨੂੰ ਲੀਗਲ ਨੋਟਿਸ ਭੇਜਿਆ ਸੀਗਾ। ਪਰ ਉਹਨਾਂ ਦਿਨਾਂ 'ਚ ਬੜੀਆਂ ਖਬਰਾਂ ਲਵਾਈਆਂ ਇਹਨਾਂ ਨੇ ਤੇ ਅਖਬਾਰਾਂ 'ਚ ਕਿਹਾ ਵੀ ਕੁਝ ਪਰਿਵਾਰਾਂ ਨੇ ਕੋਈ ਇਤਰਾਜ਼ ਨਹੀਂ ਹੈ, ਉਹਨਾਂ ਨੇ ਸਾਨੂੰ ਪੈਸੇ ਜਮ੍ਹਾਂ ਕਰਾਤੇ। ਮੈਂ ਖਬਰ ਇੱਕ ਇਹ ਵੀ ਪੜ੍ਹੀ ਸੀ ਕਿ ਬਈ ਮਾਣਯੋਗ ਕੋਰਟ ਨੇ ਡਿਸਮਿਸ ਕੀਤੀ ਹੈ ਤੁਹਾਡੀ ਕੋਈ ਰਿਟ ਪਟੀਸ਼ਨ। ਦੇਖੋ ਮੇਅਰ ਸਾਹਿਬ ਨੇ ਜੋ ਹੈ ਝੂਠੀ ਖਬਰ ਲੋਕਾਂ ਨੂੰ ਭ੍ਰਮਿਤ ਕਰਨ ਲਈ ਸ਼ਾਇਦ ਆਉਣ ਵਾਲੀਆਂ ਇਲੈਕਸ਼ਨਾਂ ਦੇ ਚੱਲਦੇ ਲੋਕਾਂ ਨੂੰ ਉਹ ਇਸ ਰੂਪ 'ਚ ਕਿਉਂ ਮੈਂਡੇਟ ਸੈੱਟ ਕਰ ਰਹੇ ਨੇ ਵੀ ਕਿਤੇ ਪਟਿਆਲੇ ਦੇ ਡੈਰੀ ਫਾਰਮਰਸ ਪਟਿਆਲੇ ਦੀ ਡਿਵੈਲਪਮੈਂਟ ਦੇ ਖਿਲਾਫ ਨੇ। ਇਹ ਬਿਲਕੁਲ ਖਿਲਾਫ ਨਹੀਂ ਹੈਗੇ ਡਿਵੈਲਪਮੈਂਟ ਦੇ। ਇਹ ਤਾਂ ਆਪਦੀ ਨਲਾਇਕੀ ਲੁਕਾਉਣ ਦਾ ਇੱਕ ਤਰੀਕਾ ਹੈ ਪਟਿਆਲੇ ਦੇ ਮੇਅਰ ਦਾ, ਜਿਹਦੇ ਨਾਲ ਉਹ ਬਾਰ-ਬਾਰ ਇਹ ਕਹਿ ਰਿਹਾ ਵੀ ਡੈਰੀ ਫਾਰਮਰਸ ਜਿਹੜੇ ਨੇ ਸ਼ਹਿਰ 'ਚ ਖੁਸ਼ੀ ਦੀ ਲਹਿਰ ਡੈਰੀ ਫਾਰਮਰਾਂ ਨੂੰ ਬਾਹਰ ਕੱਢੂੰਗਾ। ਠੀਕ ਹੈ, ਤੁਸੀਂ ਕੱਢ ਦਿਓ, ਅਸੀਂ ਵੀ ਤਿਆਰ ਹਾਂ, ਡੈਰੀ ਫਾਰਮਰਸ ਬਾਹਰ ਜਾਣ ਨੂੰ ਤਿਆਰ ਨੇ, ਪਰ ਐਟਲੀਸਟ ਇਹਨਾਂ ਦਾ ਕੀ ਗੁਨਾਹ, ਇਹਨਾਂ ਨੂੰ ਪ੍ਰੋਪਰ ਫੈਸਿਲਿਟੀਜ਼ ਦਿੱਤੀਆਂ ਜਾਣ। ਇਹਨਾਂ ਨੂੰ ਜਿਹੜਾ ਨੁਕਸਾਨ ਹੋ, ਦੇਖੋ ਟੋਟਲ ਪਟਿਆਲੇ ਦੇ ਵਿੱਚ 1100 ਤੋਂ ਉੱਪਰ ਡੈਰੀ ਫਾਰਮਰ ਨੇ, ਤੇ ਹੁਣ ਜਿਹੜਾ ਇਹ ਸ਼ਿਫਟਿੰਗ ਕਰ ਰਹੇ ਨੇ, ਇਹ ਕੁਛ ਇਹਨਾਂ ਨੇ ਜਿਹੜੇ ਪਲਾਟ ਕੱਟੇ ਨੇ ਉਹ 200 ਨੇ। 200 ਵੱਧ ਬੰਦਿਆਂ ਨੂੰ ਤਾਂ ਨਹੀਂ ਸ਼ਿਫਟ ਕਰ ਸਕਦੇ। ਕੀ ਐਕਸਪਲੇਨੇਸ਼ਨ ਹੈ ਵੀ ਜਿਹੜੇ 200 ਇੱਥੋਂ ਬਾਹਰ ਚਲੇ ਗਏ ਤੇ 800 ਜਿਹੜੇ ਪਟਿਆਲੇ ਸ਼ਹਿਰ ਦੇ ਵਿੱਚ ਹੀ ਬਿਜ਼ਨਸ ਕਰਦੇ ਕੰਟੀਨਿਊ ਰਹਿਣਗੇ? ਉਹ ਨੁਕਸਾਨ ਜਿਹੜਾ ਇਹਨਾਂ ਦਾ ਹੋਊਗਾ ਜਿਹੜੇ ਬਾਹਰ ਚਲੇ ਗਏ, ਉਹਦੀ ਭਰਪਾਈ ਕੌਣ ਕਰੂਗਾ? ਨਾਲੇ 200 ਨੂੰ ਹੀ ਕਿਉਂ? ਜਦੋਂ ਕੱਢਣਾ ਸੀ ਪਹਿਲਾਂ ਵੀ, ਜਦੋਂ ਐਪਲੀਕੇਸ਼ਨ ਪਈ ਹੈ ਉਹ ਕਹਿੰਦੇ ਵੀ ਸਾਰਿਆਂ ਨੂੰ ਹੀ ਜਗ੍ਹਾ ਦਿੱਤੀ ਜਾਵੇ, ਫਿਰ 1100 ਦੇ ਵਿੱਚੋਂ 200 ਨੂੰ ਹੀ ਕਿਉਂ ਕੱਢਿਆ ਜਾ ਰਿਹਾ? ਰਾਈਟ ਟੂ ਇਕੁਐਲਿਟੀ ਤਾਂ ਇਹੀ ਕਹਿੰਦਾ ਵੀ ਹਰੇਕ ਨੂੰ ਪ੍ਰੋਪਰ ਬਰਾਬਰ ਦੀ ਓਪਰਚੁਨਿਟੀ ਮਿਲੇ। ਹੁਣ ਇਹਨਾਂ ਬੰਦਿਆਂ ਨੂੰ ਤੁਸੀਂ ਮਹਿੰਗੇ ਰੇਟ ਤੇ ਜ਼ਮੀਨਾਂ ਦੇ ਕੇ ਸ਼ਹਿਰ ਤੋਂ ਬਾਹਰ ਵੀ ਕਰਤਾ, ਆਪਦੇ ਕਸਟਮਰਾਂ ਤੋਂ ਦੂਰ ਵੀ ਕਰਤਾ। ਪਿਕ ਐਂਡ ਚੂਜ਼ ਕਰਕੇ ਇਹਨਾਂ ਨੇ ਬੰਦੇ ਚੁਣੇ ਨੇ ਜਿਹੜੇ ਕਿਸੇ ਨਾਲ ਹੋਰ ਪੋਲੀਟੀਕਲ ਪਾਰਟੀ ਨਾਲ ਜੋ ਲਿੰਕ ਰੱਖਦੇ, ਉਹਨਾਂ ਬੰਦਿਆਂ ਨੂੰ ਚੁਣ ਕੇ ਮੇਅਰ ਨੇ ਬਾਹਰ ਕੱਢਣ ਦੀ ਪਲੈਨਿੰਗ ਕਰ ਲਈ। ਜਦ ਕਿ ਪਟਿਆਲੇ ਦੀ ਸਮੱਸਿਆ ਤਾਂ ਹੱਲ ਹੋਊ ਨਾ ਜੇ 1100 ਤੇ 1100 ਡੈਰੀ ਫਾਰਮਰਸ ਨੂੰ ਪਟਿਆਲੇ ਤੋਂ ਬਾਹਰ ਕਰੋਗੇ। ਸਿਰਫ 200 ਨੂੰ ਕਰਨ ਨਾਲ ਪ੍ਰੋਬਲਮ ਤਾਂ ਨਹੀਂ ਹੱਲ ਹੋ ਜਾਂਦੀ। ਤਾਂ ਇਹ ਇੱਕ ਅੱਖਾਂ ਦੇ ਵਿੱਚ ਘੱਟਾ ਪਾਉਣ ਦੀ ਜੋ ਹੈ ਇਹਦੀ ਸਕੀਮ ਹੈ, ਤੇ ਉਹਦੇ ਵਿੱਚ ਹੀ ਉਹ ਝੂਠੀਆਂ ਖਬਰਾਂ ਵੀ ਲਵਾਉਣਾ ਇੱਕ ਹੈ, ਜਿਹਦੇ ਲਈ ਅਸੀਂ ਆਪਦਾ ਲੀਗਲ ਜੋ ਬਣਦੀ ਕਾਰਵਾਈ ਹੈ ਉਹ ਕਰ ਰਹੇ ਹਾਂ, ਉਹ ਪ੍ਰੋਸੈਸ ਦੇ ਵਿੱਚ ਹੈ। ਪਰ ਹੁਣ ਮੈਂ ਜੋ ਹਾਲ ਦੇ ਵਿੱਚ ਸਾਡੇ ਕੋਲੇ ਡੈਰੀ ਫਾਰਮਰ ਜਿਨ੍ਹਾਂ ਨੇ ਪੈਸੇ ਵੀ ਜਮ੍ਹਾਂ ਕਰਾਤੇ ਸੀ, ਉਹ ਵੀ ਉੱਠ ਕੇ ਸਾਡੇ ਕੋਲੇ ਆਏ ਸੀਗੇ। ਪਿਛਲੇ ਕੁਝ ਦਿਨ ਹੀ ਪਹਿਲਾਂ 30/8 ਨੂੰ ਅਸੀਂ ਜੋ ਹੈ ਲੀਗਲ ਨੋਟਿਸ ਬਾਈ ਹੈਂਡ ਮਿਊਨਿਸਪਲ ਕਾਰਪੋਰੇਸ਼ਨ ਤੱਕ ਪਹੁੰਚਦਾ ਕੀਤਾ, ਜਿਹਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਨੂੰ ਉਹਨਾਂ ਪਰਿਵਾਰਾਂ ਨੇ ਜਿਨ੍ਹਾਂ ਨੇ 5% ਪੈਸੇ ਗਲਤੀ ਦੇ ਵਿੱਚ ਜਾਂ ਉਹਨਾਂ ਦੀ ਫਾਲਸ ਇੰਸ਼ੋਰੈਂਸ ਦੇ ਚਲਤੇ ਜਮ੍ਹਾਂ ਕਰਾਤੇ ਸੀ, ਉਹਨੂੰ ਵੀ ਵਾਪਸ ਰੀਫੰਡ ਕਰਨ ਨੂੰ ਪਟਿਆਲਾ ਜੋ ਹੈ ਅਲਟੀਮੇਟਮ ਦਿੱਤਾ ਹੈ। ਮਿਊਨਿਸਪਲ ਕਾਰਪੋਰੇਸ਼ਨ ਪਟਿਆਲਾ ਨੂੰ 15 ਦਿਨਾਂ ਦਾ ਅਲਟੀਮੇਟਮ ਦਿੱਤਾ। ਬਿਲਕੁਲ, ਦੇਖੋ ਬਹੁਤ ਵੱਡਾ ਸਵਾਲ ਹੈ। ਜਿਵੇਂ ਭਾਜੀ ਨੇ ਗੱਲ ਕੀਤੀ ਹੈ ਰਾਈਟ ਟੂ ਇਕੁਐਲਿਟੀ, ਹਰ ਪਾਸੇ ਹੋਣੀ ਚਾਹੀਦੀ ਹੈ ਰਾਈਟ ਟੂ ਇਕੁਐਲਿਟੀ, ਕਿਉਂਕਿ ਜੇਕਰ ਹੁਣ ਕਾਂਗਰਸ ਦੇ ਤੁਸੀਂ ਹਾਲ ਦੇਖੋ, ਇੱਕ ਪਾਸੇ ਕਾਂਗਰਸ ਦਾ ਮੇਅਰ ਇੱਕ ਕਾਂਗਰਸ ਦੇ ਮੰਤਰੀ ਦੀ ਗਊਸ਼ਾਲਾ ਲਈ ਸੈਂਕੜੇ ਕਰੋੜਾਂ ਦੀ ਜ਼ਮੀਨ ਸਿਰਫ 17 ਲੱਖ ਦੇ ਦਿੰਦਾ ਹੈ ਜੀ, 10 ਏਕੜ 4 ਕਨਾਲ ਤੇ 1 ਮਰਲਾ, ਤੇ ਦੂਜੇ ਪਾਸੇ 1100 ਡੈਰੀ ਮਾਲਕ ਨੇ ਪਟਿਆਲੇ ਦੇ ਵਿੱਚ, ਤੇ ਉੱਥੇ ਦੇ ਜਿਹੜੇ ਮੇਅਰ ਨੇ ਸਿਰਫ ਉੱਥੇ ਦੇ ਆਪਣੇ ਆਕਾਵਾਂ ਨੂੰ ਖੁਸ਼ ਕਰਨ ਦੇ ਲਈ ਹੱਡਾ ਰੋੜੀ ਦੀ ਜ਼ਮੀਨ ਦਿੰਦੇ ਨੇ ਗਊਆਂ ਨੂੰ ਪਾਲਣ ਵਾਸਤੇ। ਧਾਰਮਿਕ ਭਾਵਨਾਵਾਂ ਉਹਨਾਂ ਦੀ ਬੇਅਦਬੀ ਕੀਤੀ ਜਾ ਰਹੀ ਹੈ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਜੋ ਹੁਕਮਨਾਮਾ ਹੈ ਉਸ ਦੀ ਬੇਅਦਬੀ ਕੀਤੀ ਜਾ ਰਹੀ ਹੈ, ਤੇ ਨਜ਼ਰ ਕਿਉਂ ਨਹੀਂ ਪੈ ਰਹੀ ਸਰਕਾਰ ਦੀ? ਵੱਡਾ ਸਵਾਲ ਹੈ। ਜੇ ਮੋਹਾਲੀ ਦੀ ਗੱਲ ਕਰੀਏ, ਜਿਵੇਂ ਮੈਂ ਕਿਹਾ ਕਿ ਹਟਿਆਏ ਮੇਅਰ ਜੋ ਨੇ ਜੀਤੀ ਸਿੱਧੂ ਨੇ, ਉਹਨਾਂ ਦਾ ਸਗਾ ਭਰਾ MLA ਵੀ ਹੈ ਤੇ ਕੈਬਨਿਟ ਮੰਤਰੀ ਵੀ ਹੈ, ਉਹਨਾਂ ਦੀ ਗਊਸ਼ਾਲਾ ਲਈ ਸੈਂਕੜੇ ਕਰੋੜਾਂ ਦੀ ਜ਼ਮੀਨ ਮੇਨ ਰੋਡ ਤੇ ਸ਼ਹਿਰ ਦੇ ਵਿੱਚ ਦਿੱਤੀ ਗਈ ਹੈ, ਪਰ ਪਟਿਆਲੇ ਦੇ ਵਿੱਚ ਸ਼ਹਿਰ ਦੇ ਵਿੱਚੋਂ ਕੱਢਿਆ ਜੇ ਜਾ ਰਿਹਾ ਹੈ। ਠੀਕ ਹੈ, ਜਗ੍ਹਾ ਤਾਂ ਤੁਸੀਂ ਉੱਦਾਂ ਦੀ ਦੇ ਦਿਓ ਜਿੱਦਾਂ ਬਲਬੀਰ ਸਿੱਧੂ ਜੀ ਨੂੰ ਦਿੱਤੀ ਹੈ, ਉੱਥੇ ਤੁਸੀਂ ਹੱਡਾ ਰੋਡ ਦੀ ਜ਼ਮੀਨ ਦੇ ਰਹੇ ਹੋ, ਉਹ ਵੀ ਜਿੱਥੇ ਹਾਈ ਟੈਂਸ਼ਨ ਤਾਰਾਂ ਉੱਤੋਂ ਜਾ ਰਹੀਆਂ ਨੇ। ਮਾਮਲਾ ਸੰਗੀਨ ਹੈ, ਗੰਭੀਰ ਹੈ। ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਵਿੱਚ ਪਟਿਆਲਾ ਪ੍ਰਸ਼ਾਸਨ ਆਪਣੀ ਗਲਤੀ ਨੂੰ ਸੁਧਾਰੇਗਾ ਜਾਂ ਫਿਰ ਨਹੀਂ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਚੰਡੀਗੜ੍ਹ।